ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਦੇ ਉੱਤੇ ਅੱਜ ਬੇਅੰਤ ਸੰਗਤਾਂ ਸਵੇਰ ਤੋਂ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਾਜ਼ਰੀਆਂ ਭਰ ਰਹੀਆਂ ਨੇ। ਸੋ ਇਸ ਵੇਲੇ ਸੋਦਰ ਰਹਿਰਾਸ ਸਾਹਿਬ ਜੀ ਦਾ ਪਾਠ ਜਿਹੜਾ ਆ ਉਹ ਹੋ ਰਿਹਾ, ਉਸ ਤੋਂ ਉਪਰੰਤ ਆਤਿਸ਼ਬਾਜ਼ੀ ਹੋਣੀ ਆ। ਸੋ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਇੱਥੇ ਅੰਮ੍ਰਿਤਸਰ ਸ਼ਹਿਰ ਤੋਂ ਤੇ ਦੂਰੋਂ ਨੇੜੇ ਚੱਲ ਕੇ ਪਹੁੰਚੀਆਂ ਸੰਗਤਾਂ ਜਿਹੜੀਆਂ ਆ ਉਹਨਾਂ ਦੇ ਵੱਲੋਂ ਦੀਪਮਾਲਾ ਜਿਹੜੀ ਆ ਉਹ ਕੀਤੀ ਗਈ ਆ। ਸੋ ਇਸ ਵੇਲੇ ਅਲੌਕਿਕ ਦ੍ਰਿਸ਼ ਆਪ ਜੀ ਜਿਹੜੇ ਆ ਉਹ ਦੇਖ ਰਹੇ ਹੋ ਸਿੱਖ ਚੈਨਲ ਦੇ ਰਾਹੀਂ। ਸੋ ਇਸ ਵੇਲੇ ਬੇਅੰਤ ਸੰਗਤਾਂ ਹਾਜ਼ਰੀਆਂ ਭਰ ਰਹੀਆਂ ਨੇ। ਸੋ ਥੋੜ੍ਹੀ ਦੇਰ ਦੇ ਵਿੱਚ ਹੀ ਸੋਦਰ ਰਹਿਰਾਸ ਤੋਂ ਬਾਅਦ ਦੇ ਵਿੱਚ ਜਿਹੜੀ ਆਤਿਸ਼ਬਾਜ਼ੀ ਆ ਉਹ ਹੋਣੀ ਆ। ਸੋ ਇੱਥੇ ਵੱਡੀ ਗਿਣਤੀ ਸੰਗਤਾਂ ਸਵੇਰ ਤੋਂ ਹੀ ਗੁਰੂ ਮਹਾਰਾਜ ਜੀ ਦੇ ਦਰਸ਼ਨ ਦਿਦਾਰੇ ਕਰਨ ਵਾਸਤੇ, ਇਸ਼ਨਾਨ ਕਰਨ ਵਾਸਤੇ ਇੱਥੇ ਪਹੁੰਚ ਰਹੀਆਂ ਨੇ। ਸੋ ਸਾਰੀਆਂ ਹੀ ਸੰਗਤਾਂ ਜਿਹੜੀਆਂ ਨੇ ਉਹਨਾਂ ਨੂੰ ਅਸੀਂ ਵੀ ਸਿੱਖ ਚੈਨਲ ਦੀ ਸਮੁੱਚੀ ਟੀਮ ਦੇ ਵੱਲੋਂ ਗੁਰੂ ਰਾਮਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਦੇ ਉੱਤੇ ਲੱਖ ਲੱਖ ਵਧਾਈ ਦਿੰਦੇ ਹਾਂ, ਲੱਖ ਲੱਖ ਮੁਬਾਰਕਬਾਦ ਦਿੰਦੇ ਹਾਂ। ਸੋ ਇਸ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਅਲੌਕਿਕ ਦ੍ਰਿਸ਼ ਜਿਹੜਾ ਆ ਉਹ ਤੇ ਇੱਥੇ ਸਰੋਵਰ ਦੇ ਕੰਢੇ ਦੇ ਉੱਤੇ ਸੰਗਤਾਂ ਜਿਹੜੀਆਂ ਆ ਉਹ ਬੈਠੀਆਂ ਹੋਈਆਂ, ਜਿਹੜੀਆਂ ਕਿ ਅੱਜ ਸ਼ਾਮ ਤੋਂ ਹੀ ਇੱਥੇ ਸ਼ਹਿਰ ਦੀਆਂ ਸੰਗਤਾਂ ਜਿਹੜੀਆਂ ਆ ਜਦੋਂ ਦੀਪਮਾਲਾ ਜਿਹੜੀ ਆ ਉਹ ਹੁੰਦੀ ਆ ਤਾਂ ਇੱਥੇ ਪਹੁੰਚ ਜਾਂਦੀਆਂ ਨੇ। ਸੋ ਇਹ ਅਲੌਕਿਕ ਦ੍ਰਿਸ਼ ਸਿੱਖ ਚੈਨਲ ਦੇ ਰਾਹੀਂ ਆਪ ਜੀ ਵਿਦੇਸ਼ ਦੀਆਂ ਸਮੁੱਚੀਆਂ ਸੰਗਤਾਂ ਜਿਹੜੀਆਂ ਦਰਸ਼ਨ ਦਿਦਾਰੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ, ਜਿੱਥੇ ਕਿ ਡਿਜੀਟਲ ਲਾਈਟਿੰਗ ਦੇ ਨਾਲ ਇੱਥੇ ਦੀਵੇ ਤੇ ਮੋਮਬੱਤੀਆਂ ਦੇ ਨਾਲ ਵੀ ਸੰਗਤਾਂ ਦੇ ਵੱਲੋਂ ਜਿਹੜਾ ਆਪਣੀ ਸ਼ਰਧਾ ਦਾ ਪ੍ਰਗਟਾਵਾ ਗੁਰੂ ਮਹਾਰਾਜ ਜੀ ਦੇ ਵਾਸਤੇ ਕੀਤਾ ਜਾਂਦਾ ਆ। ਸੋ ਅੰਮ੍ਰਿਤਸਰ ਸ਼ਹਿਰ ਦੇ ਬਾਨੀ ਗੁਰੂ ਰਾਮਦਾਸ ਮਹਾਰਾਜ ਜੀ ਜਿਨ੍ਹਾਂ ਨੇ ਅੰਮ੍ਰਿਤਸਰ ਸ਼ਹਿਰ ਵਸਾਇਆ ਤੇ ਉਸ ਦੇ ਨਾਲ ਇੱਥੇ ਕਈ ਕਿੱਤਾਕਾਰ ਜਿਹੜੇ ਆ ਉਹਨਾਂ ਨੂੰ ਲਿਆ ਕੇ ਵੀ ਇੱਥੇ ਵਸਾਇਆ ਤੇ ਉਹਨਾਂ ਨੂੰ ਰੋਜ਼ਗਾਰ ਜਿਹੜਾ ਆ ਉਹ ਵੀ ਮੁਹੱਈਆ ਕਰਾਇਆ। ਅੱਜ ਤੱਕ ਵੀ ਉਹਨਾਂ ਪੀੜ੍ਹੀਆਂ ਦੇ ਵਿੱਚੋਂ ਇੱਥੇ ਅੱਜ ਵੀ ਕਿੱਤਾਕਾਰ ਜਿਹੜੇ ਆ ਉਹ ਇੱਥੇ ਕਾਰਜ ਜਿਹੜੇ ਆ ਕਰਦੇ ਆ। ਸੋ ਸੋਦਰ ਰਹਿਰਾਸ ਜੀ ਤੋਂ ਬਾਅਦ ਦੇ ਵਿੱਚ ਆਤਿਸ਼ਬਾਜ਼ੀ ਦਾ ਅਲੌਕਿਕ ਨਜ਼ਾਰਾ ਜਿਹੜਾ ਹੈ ਉਹ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਦੇ ਉੱਤੇ ਆਪ ਸੰਗਤਾਂ ਜਿਹੜੀਆਂ ਆ ਉਹ ਦਰਸ਼ਨ ਕਰੋਗੇ। ਸੋ ਇਸ ਵੇਲੇ ਜਿਹੜੀਆਂ ਸੰਗਤਾਂ ਇੱਥੇ ਅੰਮ੍ਰਿਤਸਰ ਸ਼ਹਿਰ ਦੀਆਂ ਪਹੁੰਚੀਆਂ ਹੋਈਆਂ ਨੇ ਉਹਨਾਂ ਦੇ ਵੱਲੋਂ ਸਰੋਵਰ ਦੇ ਕੰਢੇ ਦੇ ਉੱਤੇ ਇਸ ਵੇਲੇ ਦੀਪਮਾਲਾ ਜਿਹੜੀ ਕੀਤੀ ਗਈ ਹੈ ਦੀਵੇ ਤੇ ਮੋਮਬੱਤੀਆਂ ਦੇ ਨਾਲ। ਸੋ ਸਤਿਨਾਮ ਵਾਹਿਗੁਰੂ ਦਾ ਜਾਪ ਵੀ ਕੀਤਾ ਜਾ ਰਿਹਾ ਹੈ ਤੇ ਨਾਲ ਕੁਝ ਸੰਗਤਾਂ ਜਿਹੜੀਆਂ ਆ ਉਹ ਰਹਿਰਾਸ ਸਾਹਿਬ ਦਾ ਪਾਠ ਜਿਹੜਾ ਆ ਉਹ ਵੀ ਸਰਵਣ ਕਰ ਰਹੀਆਂ ਨੇ। ਸੋ ਸਿੱਖ ਚੈਨਲ ਦੇ ਰਾਹੀਂ ਆਪ ਜੀ ਦਰਸ਼ਨ ਦਿਦਾਰੇ ਕਰ ਰਹੇ ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ ਗੁਰੂ ਰਾਮਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਦੇ ਉੱਤੇ ਇਸ ਅਲੌਕਿਕ ਦ੍ਰਿਸ਼ ਤੇ, ਜਿੱਥੇ ਕਿ ਡਿਜੀਟਲ ਲਾਈਟਿੰਗ ਦੇ ਨਾਲ ਵੀ ਸਾਰੇ ਪਾਸੇ ਸਜਾਵਟ ਕੀਤੀ ਗਈ ਆ ਤੇ ਫੁੱਲਾਂ ਦੀ ਸਜਾਵਟ ਵੀ ਤੁਸੀਂ ਜਿਹੜੀ ਆ ਉਹ ਵੀ ਦੇਖੀ ਪਹਿਲਾਂ। ਸੋ ਇਸ ਵੇਲੇ ਸ਼ਾਮ ਦਾ ਸਮਾਂ ਜਿਹੜਾ ਆ ਸੋਦਰ ਰਹਿਰਾਸ ਸਾਹਿਬ ਜੀ ਦਾ ਸੋ ਹੁਕਮਨਾਮੇ ਤੋਂ ਬਾਅਦ ਦੇ ਵਿੱਚ ਆਰਤੀ ਦੇ ਸਮੇਂ ਦੇ ਉੱਤੇ ਜਿਹੜਾ ਆਤਿਸ਼ਬਾਜ਼ੀ ਦਾ ਸੁੰਦਰ ਨਜ਼ਾਰਾ ਆ ਉਹ ਵੀ ਦੇਖਣ ਨੂੰ ਮਿਲੇਗਾ। ਕਾਇਆ ਗੜ ਸੋਹਿਆ ਮੇਰੇ ਪ੍ਰਭ ਮੋਹਿਆ, ਕਿਉਂ ਸਾਸ ਗਿਰਾਸ ਵਿਸਾਰੀਐ। ਕਾਇਆ ਗੜ ਸੋਹਿਆ ਮੇਰੇ ਪ੍ਰਭ ਮੋਹਿਆ, ਕਿਉਂ ਸਾਸ ਗਿਰਾਸ ਵਿਸਾਰੀਐ। ਅਦ੍ਰਿਸ਼ਟ ਅਗੋਚਰ ਪਕੜਿਆ ਗੁਰ ਸ਼ਬਦੀ, ਹਉ ਸਤਿਗੁਰ ਕੈ ਬਲਿਹਾਰੀਐ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਵਾਸ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ। ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੰਗੇ ਜੁਗੋ ਜੁਗਿਆ ਟਲ, ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਬੋਲੋ ਜੀ। ਸਿੱਖਾਂ ਦਾ ਮਨ ਨੀਵਾ ਮਤ ਉੱਚੇ, ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਆ। ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ ਦੇ ਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀਆ। ਆਪ ਜੀ ਦੇ ਪਾਵਨ ਪਵਿੱਤਰ ਅਸਥਾਨ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਾਜ਼ੂਰ ਸ਼ਬਦ ਚੌਂਕੀ ਸੋਦਾਰ ਰਹਿਰਾਸ ਸਾਹਿਬ ਜੀ ਦੇ ਪਾਠ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੇ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜੇ ਸਤਿਗੁਰ ਸਾਚੇ ਪਾਵੇ ਆਪੇ ਦਇਆ ਕਰੋ ਪ੍ਰਭ ਦਾਤੇ ਨਾਨਕ ਅੰਕ ਸਮਾਵੇ ਆਪੇ ਦਇਆ ਕਰੋ ਪ੍ਰਭ ਦਾਤੇ ਨਾਨਕ ਅੰਕ ਸਮਾਵੇ ਜੋਤੀ ਜੋਤ ਮਿਲਾਏ ਜੋਤੀ ਜੋਤ ਮਿਲਾਏ ਕਾਇਆ ਗੜ ਸੋਹਿਆ ਨਾਮ ਕਾਇਆ ਗੜ ਸੋਹਿਆ ਰਾਮ ਮਿਲ ਕੰਚਨ ਹੋਇਆ ਰਾਮ ਮਿਲ ਕੰਚਨ ਹੋਇਆ ਰਾਮ ਮਿਲ ਕੰਚਨ ਹੋਇਆ ਰਾਮ ਮਿਲ ਕੰਚਨ ਹੋਇਆ ਰਾਮ ਗੁਰ ਪਾਰਸ ਹਮ ਲੋਗ नील कंचन होया राम गुर पारस हम लोग नील कंचन होया राम मिल कंचन होया राम मिल कंचन होया राम मिल कंचन होया मिल कंचन होया राम गुर पारस हम लोग नील कंचन होया राम गुर पारस हम लोग नील कंचन होया राम गुर पारस हम लोग नील कंचन होया ਸੋ ਗੁਰੂ ਰਾਮਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਦੇ ਉੱਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਤਿਸ਼ਬਾਜ਼ੀ ਜਿਹੜੀ ਆ ਉਹ ਸੋਦਰ ਰਹਿਰਾਸ ਸਾਹਿਬ ਜੀ ਦੇ ਪਾਠ ਤੋਂ ਉਪਰੰਤ ਹੁਕਮਨਾਮਾ ਹੋਣ ਤੋਂ ਬਾਅਦ ਆਰਤੀ ਜਿਹੜੀ ਹੋਈ ਆ ਉਸ ਤੋਂ ਬਾਅਦ ਸ਼ੁਰੂ ਹੋ ਚੁੱਕੀ ਆ। ਤੁਸੀਂ ਇਸ ਵੇਲੇ ਦੇਖ ਸਕਦੇ ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ ਅਲੌਕਿਕ ਦ੍ਰਿਸ਼ ਆਤਿਸ਼ਬਾਜ਼ੀ ਦੇ ਗੁਰੂ ਰਾਮਦਾਸ ਮਹਾਰਾਜ ਜੀ ਦਾ ਅੱਜ ਪ੍ਰਕਾਸ਼ ਪੁਰਬ ਸਮੁੱਚੇ ਵਿਸ਼ਵ ਭਰ ਦੀਆਂ ਸੰਗਤਾਂ ਸ਼ਰਧਾ ਸਤਿਕਾਰ ਦੇ ਨਾਲ ਜਿੱਥੇ ਮਨਾ ਰਹੀਆਂ ਨੇ ਉੱਥੇ ਹੀ ਇਸ ਮੌਕੇ ਦੇ ਉੱਤੇ ਅੰਮ੍ਰਿਤਸਰ ਦੇ ਬਾਨੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਦੇ ਉੱਤੇ ਅੰਮ੍ਰਿਤਸਰ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਵੱਡੇ ਪ੍ਰੋਗਰਾਮ ਜਿਹੜੇ ਆ ਉਹ ਉਲੀਕੇ ਜਾਂਦੇ ਆ। ਸੋ ਇਸ ਵੇਲੇ ਅਲੌਕਿਕ ਦ੍ਰਿਸ਼ ਜਿਹੜਾ ਆ ਤੁਸੀਂ ਆਤਿਸ਼ਬਾਜ਼ੀ ਦਾ ਦੇਖ ਸਕਦੇ ਹੋ ਇਸ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ। ਸੋ ਬੇਅੰਤ ਸੰਗਤਾਂ ਇਸ ਵੇਲੇ ਵੀ ਇੱਥੇ ਆਤਿਸ਼ਬਾਜ਼ੀ ਦਾ ਅਲੌਕਿਕ ਦ੍ਰਿਸ਼ ਦੇਖਣ ਵਾਸਤੇ ਮੌਜੂਦ ਨੇ। ਸੋ ਸਮੂਹ ਸੰਗਤਾਂ ਜਿਹੜੀਆਂ ਆ ਉਹ ਹਾਜ਼ਰੀਆਂ ਭਰ ਰਹੀਆਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ। ਅੱਜ ਸਵੇਰ ਤੋਂ ਹੀ ਲੰਬੀਆਂ ਕਤਾਰਾਂ ਦੇ ਵਿੱਚ ਖੜ੍ਹ ਕੇ ਸੰਗਤ ਨੇ ਦਰਸ਼ਨ ਕੀਤੇ ਆ ਤੇ ਇਸ ਵੇਲੇ ਜਿਹੜਾ ਆ ਉਹ ਆਤਿਸ਼ਬਾਜ਼ੀ ਦਾ ਸੁੰਦਰ ਨਜ਼ਾਰਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਨਜ਼ਰ ਜਿਹੜਾ ਆ ਉਹ ਆ ਰਿਹਾ ਆ। ਆਪ ਜੀ ਆਪਣੀ ਟੀਵੀ ਸਕਰੀਨ ਦੇ ਉੱਤੇ ਇਸ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅਲੌਕਿਕ ਆਤਿਸ਼ਬਾਜ਼ੀ ਦਾ ਨਜ਼ਾਰਾ ਗੁਰੂ ਰਾਮਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਦੇ ਉੱਤੇ ਦੇਖ ਰਹੇ ਹੋ। ਅਜੇ ਵੀ ਸੰਗਤਾਂ ਜਿਹੜੀਆਂ ਬੇਅੰਤ ਸੰਗਤਾਂ ਜਿਹੜੀਆਂ ਆ ਉਹ ਅਜੇ ਦਰਸ਼ਨ ਕਰਨ ਵਾਸਤੇ ਲਾਈਨਾਂ ਦੇ ਵਿੱਚ ਖੜੀਆਂ ਨੇ ਤੇ ਇਸ ਵੇਲੇ ਆਤਿਸ਼ਬਾਜ਼ੀ ਜਿਹੜੀ ਆ ਉਹ ਹੋ ਰਹੀ ਆ। ਗੁਰੂ ਰਾਮਦਾਸ ਮਹਾਰਾਜ ਜੀ ਜਿਨ੍ਹਾਂ ਨੇ ਇਸ ਸਥਾਨ ਦੇ ਉੱਤੇ ਰਹਿ ਕੇ ਜਿੱਥੇ ਸੇਵਾ ਵੀ ਕਰਵਾਈ ਉੱਥੇ ਨਿਮਰਤਾ ਦੀ ਮੂਰਤ ਦੇ ਵਜੋਂ ਵੀ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਯਾਦ ਕੀਤਾ ਜਾਂਦਾ ਹੈ। ਜਦੋਂ ਬਾਬਾ ਸ਼੍ਰੀ ਚੰਦ ਜੀ
ਗੁਰੂ ਨਾਨਕ ਪਾਤਸ਼ਾਹ ਜੀ ਦੇ ਸੁਪੁੱਤਰ ਇਸ ਸਥਾਨ ਦੇ ਉੱਤੇ ਪਹੁੰਚੇ ਸਨ ਤਾਂ ਉਸ ਵੇਲੇ ਗੁਰੂ ਰਾਮਦਾਸ ਮਹਾਰਾਜ ਜੀ ਦਾ ਲੰਬਾ ਦਾੜਾ ਦੇਖ ਕੇ ਉਹਨਾਂ ਨੇ ਸਵਾਲ ਕੀਤਾ ਸੀ ਕਿ ਇਹ ਦਾੜਾ ਕੀ ਕਰਨ ਨੂੰ ਇੰਨਾ ਲੰਬਾ ਰੱਖਿਆ ਹੋਇਆ ਹੈ। ਤਾਂ ਗੁਰੂ ਰਾਮਦਾਸ ਮਹਾਰਾਜ ਜੀ ਦੀ ਨਿਮਰਤਾ ਦੇਖੋ, ਉਹਨਾਂ ਨੇ ਅੱਗੋਂ ਜਵਾਬ ਦਿੱਤਾ ਕਿ ਤੁਹਾਡੇ ਵਰਗੇ ਮਹਾਂਪੁਰਸ਼ਾਂ ਦੇ ਚਰਨ ਝਾੜਨ ਵਾਸਤੇ। ਸੋ ਨਿਮਰਤਾ ਦੀ ਮੂਰਤ ਗੁਰੂ ਰਾਮਦਾਸ ਮਹਾਰਾਜ ਜੀ ਸੋਢੀ ਸੁਲਤਾਨ, ਜਿਨ੍ਹਾਂ ਦੇ ਬਾਰੇ ਦੇ ਵਿੱਚ ਭੱਟਾਂ ਨੇ ਵੀ ਬਹੁਤ ਕੁਝ ਜਿਹੜਾ ਆ ਉਹ ਲਿਖਿਆ, ਜਿਹੜੇ ਸ਼ਬਦ ਗੁਰੂ ਰਾਮਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਤੋਂ ਪਹਿਲਾਂ ਤੋਂ ਸ਼ੁਰੂ ਹੋ ਜਾਂਦੇ ਆ ਅਤੇ ਉਹ ਲਗਾਤਾਰ ਸ਼ਬਦ ਜਿਹੜੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਰਾਗੀ ਸਿੰਘਾਂ ਦੁਆਰਾ ਜਿਹੜੇ ਆ ਉਹ ਗਾਏ ਜਾਂਦੇ ਆ। ਗੁਰੂ ਰਾਮਦਾਸ ਮਹਾਰਾਜ ਜੀ ਨੇ ਇਸ ਜਗ੍ਹਾ ਨੂੰ, ਜਿੱਥੇ ਇਸ ਵੇਲੇ ਅੰਮ੍ਰਿਤਸਰ ਸ਼ਹਿਰ ਹੈ, ਇਸ ਸਥਾਨ ਨੂੰ ਜਿਹੜਾ ਆ ਉਹ ਖਰੀਦ ਕੇ ਇੱਥੇ ਜਿੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਬਣਵਾਇਆ, ਉੱਥੇ ਹੀ ਇਸ ਸ਼ਹਿਰ ਨੂੰ ਵਸਾਇਆ ਅਤੇ ਨਾਲ 52 ਤਰ੍ਹਾਂ ਦੇ ਕਿੱਤਾਕਾਰ ਜਿਹੜੇ ਸੀ ਉਹ ਵੱਖ-ਵੱਖ ਜਗ੍ਹਾ ਤੋਂ ਲਿਆ ਕੇ ਇਸ ਸ਼ਹਿਰ ਦੇ ਵਿੱਚ ਜਿਹੜੇ ਆ ਉਹ ਵਸਾਏ, ਜਿਹੜੇ ਪੀੜ੍ਹੀ ਦਰ ਪੀੜ੍ਹੀ ਇਸ ਸ਼ਹਿਰ ਦੇ ਵਿੱਚ ਵੱਖ-ਵੱਖ ਕਾਰਜ ਜਿਹੜੇ ਆ, ਵੱਖ-ਵੱਖ ਕਿੱਤੇ ਜਿਹੜੇ ਆ ਉਹ ਕਰਦੇ ਆ, ਜਿਨ੍ਹਾਂ ਨੂੰ ਪਿਛਲੇ ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸਨਮਾਨਿਤ ਵੀ ਕੀਤਾ ਗਿਆ ਸੀ। ਉਹ ਪੀੜ੍ਹੀ ਦਰ ਪੀੜ੍ਹੀ ਅਜੇ ਵੀ ਇੱਥੇ ਜਿਹੜਾ ਆ ਉਹ ਆਪਣੇ ਉਹ ਜੱਦੀ ਕੰਮ ਜਿਹੜੇ ਆ ਉਹ ਕਰਦੇ ਨੇ। ਸੋ ਗੁਰੂ ਰਾਮਦਾਸ ਮਹਾਰਾਜ ਜੀ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਿੱਖਾਂ ਦਾ ਕੇਂਦਰੀ ਸਥਾਨ, ਜਿੱਥੇ ਇਸ ਵੇਲੇ ਆਤਿਸ਼ਬਾਜ਼ੀ ਦਾ ਸੁੰਦਰ ਨਜ਼ਾਰਾ ਜਿਹੜਾ ਆ ਉਹ ਸੰਗਤਾਂ ਦੇਖ ਰਹੀਆਂ ਨੇ ਅਤੇ ਬੇਅੰਤ ਸੰਗਤਾਂ ਜਿਹੜੀਆਂ ਆ ਉਹ ਅਜੇ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੌਜੂਦ ਨੇ। ਇਹ ਸੰਗਤਾਂ ਅੱਜ ਸਵੇਰ ਤੋਂ ਹੀ ਇੱਥੇ ਇਸ ਸਥਾਨ ਦੇ ਉੱਤੇ ਜਿਹੜੇ ਆ ਉਹ ਹਾਜ਼ਰੀਆਂ ਭਰ ਰਹੀਆਂ ਨੇ ਅਤੇ ਇਹ ਆਤਿਸ਼ਬਾਜ਼ੀ ਦਾ ਨਜ਼ਾਰਾ ਜਿਹੜਾ ਆ ਸ਼ਾਮ ਨੂੰ ਸੋਦਰ ਰਹਿਰਾਸ ਤੋਂ ਬਾਅਦ ਦੇ ਵਿੱਚ ਦੇਖਣ ਨੂੰ ਜਿਹੜਾ ਆ ਉਹ ਮਿਲਦਾ ਆ। ਜਿਹੜੀਆਂ ਕਿ ਦੂਰੋਂ ਦੂਰੋਂ ਚੱਲ ਕੇ ਸੰਗਤਾਂ ਇਸ ਅਲੌਕਿਕ ਦ੍ਰਿਸ਼ ਨੂੰ ਦੇਖਣ ਵਾਸਤੇ ਇਸ ਸਥਾਨ ਦੇ ਉੱਤੇ ਪਹੁੰਚਦੀਆਂ ਨੇ। ਸੋ ਇਸ ਵੇਲੇ ਆਤਿਸ਼ਬਾਜ਼ੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅਲੌਕਿਕ ਨਜ਼ਾਰਾ ਜਿਹੜਾ ਆ ਉਹ ਸੰਗਤਾਂ ਦਰਸ਼ਨ ਦਿਦਾਰੇ ਸਿੱਖ ਚੈਨਲ ਦੇ ਰਾਹੀਂ ਕਰ ਰਹੀਆਂ ਨੇ। ਅੱਜ ਸਵੇਰ ਤੋਂ ਹੀ ਸਿੱਖ ਚੈਨਲ ਦੀ ਟੀਮ ਜਿਹੜੀ ਆ ਉਹ ਇੱਥੇ ਮੌਜੂਦ ਹੈ ਅਤੇ ਸੰਗਤਾਂ ਨੂੰ ਦਰਸ਼ਨ ਦਿਦਾਰੇ ਜਿਹੜੇ ਆ ਉਹ ਕਰਵਾਏ ਜਾ ਰਹੇ ਆ। ਨਾਲ ਦੀ ਨਾਲ ਦੀਵਾਨ ਹਾਲ ਮੰਜੀ ਸਾਹਿਬ ਤੋਂ ਵੀ ਲਗਾਤਾਰ, ਜਿਵੇਂ ਕੱਲ੍ਹ ਪੜਤਾਲ ਗਾਇਨ ਹੋਇਆ ਸੀਗਾ, ਉਸੇ ਤਰ੍ਹਾਂ ਹੀ ਅੱਜ ਉੱਥੋਂ ਕਵੀ ਦਰਬਾਰ ਜਿਹੜਾ ਆ ਉਹ ਵੀ ਇਸ ਮੌਕੇ 'ਤੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਦੇ ਉੱਤੇ ਕੀਤਾ ਜਾਣਾ ਆ। ਸੋ ਉਹ ਵੀ ਆਪ ਜੀ ਜਿਹੜਾ ਆ ਉਹ ਦੇਖੋਗੇ। ਸੋ ਇਸ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਅਲੌਕਿਕ ਦ੍ਰਿਸ਼, ਜਿੱਥੇ ਇਸ ਵੇਲੇ ਆਤਿਸ਼ਬਾਜ਼ੀ ਜਿਹੜੀ ਆ ਉਹ ਹੋ ਰਹੀ ਆ ਅਤੇ ਨਾਲ ਬੇਅੰਤ ਸੰਗਤਾਂ ਜਿਹੜੀਆਂ ਆ ਉਹ ਅਜੇ ਵੀ ਇੱਥੇ ਦਰਸ਼ਨ ਦਿਦਾਰੇ ਕਰਨ ਵਾਸਤੇ ਮੌਜੂਦ ਨੇ ਅਤੇ ਦੀਪਮਾਲਾ ਜਿਹੜੀ ਆ ਉਹ ਵੀ ਕੀਤੀ ਗਈ ਹੈ। ਸਰੋਵਰ ਦੇ ਚਾਰ ਚੁਫੇਰੇ ਦੀਪਮਾਲਾ ਦਾ ਦ੍ਰਿਸ਼ ਜਿਹੜਾ ਆ ਉਹ ਵੀ ਸੰਗਤਾਂ ਦੇਖ ਸਕਦੀਆਂ ਨੇ। ਜਨ ਨਾਨਕ ਸਰਨ ਤੁਮਾਰੀ ਹਰ ਜਿਉ, ਜਨ ਨਾਨਕ ਸਰਨ ਤੁਮਾਰੀ ਹਰ ਜਿਉ, ਰਾਖੋ ਲਾਜ ਗੁਰੂ ਰਾਮਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਦੇ ਉੱਤੇ ਇਸ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਪ ਜੀ ਨੇ ਅਲੌਕਿਕ ਆਤਿਸ਼ਬਾਜ਼ੀ ਦਾ ਨਜ਼ਾਰਾ ਜਿਹੜਾ ਆ ਉਹ ਦੇਖਿਆ। ਆਤਿਸ਼ਬਾਜ਼ੀ ਜਿਹੜੀ ਆ ਉਹ ਅਜੇ ਵੀ
ਜਾਰੀ ਆ। ਸੋ ਮੇਰੇ ਨਾਲ ਸਿੰਘ ਸਾਹਿਬ ਗਿਆਨੀ ਸੁਖਜਿੰਦਰ ਸਿੰਘ ਜੀ ਦੇ ਸਪੁੱਤਰ ਭਾਈ ਸਾਹਿਬ ਭਾਈ ਪਰਨ ਸਿੰਘ ਜੀ ਨੇ, ਉਹਨਾਂ ਨਾਲ ਗੱਲਬਾਤ ਕਰਦੇ ਆ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਸਭ ਤੋਂ ਪਹਿਲਾਂ ਤੇ ਚਾਹਾਂਗੇ ਕਿ ਤੁਸੀਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਗੁਰੂ ਰਾਮਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀ ਮੁਬਾਰਕਬਾਦ ਦੇਵੋ ਤੇ ਨਾਲ ਹੀ ਜਿਹੜੀ ਇਤਿਹਾਸਕ ਗੱਲਬਾਤ ਆ ਉਹ ਵੀ ਕੁਝ ਨਾ ਕੁਝ ਗੱਲਾਂ ਜਿਹੜੀਆਂ ਗੁਰੂ ਰਾਮਦਾਸ ਪਾਤਸ਼ਾਹ ਦੇ ਸੰਬੰਧ ਦੇ ਵਿੱਚ ਵੀ ਸਾਂਝੀਆਂ ਕਰੋ ਸੰਗਤ ਦੇ ਨਾਲ। ਗੁਰੂ ਸਾਹਿਬ ਦਾ ਫਰਮਾਨ ਆ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਨਹਾਰੇ ਧਾਰਿਆ, ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ, ਅਟਲ ਅਥਾਹ ਅਤੋਲ ਤੂੰ ਤੇਰਾ ਅੰਤ ਨਾ ਪਾਰਾ ਵਾਰਿਆ, ਜਿਨੀ ਤੂੰ ਸੇਵਾ ਭਾਉ ਕਰ ਸੇ ਤੁਧ ਪਾਰ ਉਤਾਰਿਆ। ਸੱਚੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਬੇਅੰਤ ਵਧਾਈਆਂ ਹੋਣ। ਦੇਸ਼ਾਂ ਵਿਦੇਸ਼ਾਂ ਵਿੱਚ ਵਸਦੀਆਂ ਸਮੂਹ ਸੰਗਤਾਂ ਨੂੰ ਸਿੰਘ ਸਾਹਿਬ ਗਿਆਨੀ ਸੁਖਜਿੰਦਰ ਸਿੰਘ ਜੀ ਵੱਲੋਂ ਵੀ, ਚਲੋ ਸਰੀਰਕ ਰੂਪ ਵਿੱਚ ਪਿਤਾ ਜੀ ਅੱਜ ਨਹੀਂ ਹਨ, ਹਾਲਤ ਵੀ ਨਹੀਂ ਸੀ ਕਿਸੇ ਤਰ੍ਹਾਂ ਬੋਲਣ ਦੀ, ਪਰ ਚੈਨਲ ਵਾਲਿਆਂ ਨਾਲ ਪਿਆਰ, ਸੰਗਤ ਨਾਲ ਪਿਆਰ, ਸੰਗਤ ਨੇ ਬਹੁਤ ਜ਼ਿਆਦਾ ਖਿੱਚ ਕੀਤੀ ਕਿਉਂਕਿ ਬਹੁਤ ਜ਼ਿਆਦੀਆਂ ਸੰਗਤਾਂ ਦੇ ਮੈਸੇਜ ਵੀ, ਫੋਨ ਕਾਲਸ ਵੀ ਆਏ। ਮੇਰੇ ਕੋਲੋਂ ਰਿਪਲਾਈ ਵੀ ਨਹੀਂ ਹੋ ਸਕੇ, ਕਿਸੇ ਦਾ ਜਵਾਬ ਬਹੁਤਿਆਂ ਦਾ ਦਿੱਤਾ ਵੀ ਨਹੀਂ ਗਿਆ, ਉਸ ਲਈ ਵੀ ਮੈਂ ਮਾਫੀ ਮੰਗਦਾ। ਪਰ ਗੁਰੂ ਦਾ ਦਰ ਏਡਾ ਵੱਡਾ ਵਾ, ਗੁਰੂ ਦੀ ਕਿਰਪਾ ਇੰਨੀ ਵੱਡੀ ਆ। ਗੁਰੂ ਰਾਮਦਾਸ ਵੀ ਕਿਸੇ ਸਮੇਂ ਅਨਾਥ ਸੀ, ਗੁਰੂ ਰਾਮਦਾਸ ਨੂੰ ਵੀ ਆਸਰਾ ਉਸ ਅਕਾਲ ਪੁਰਖ ਵਾਹਿਗੁਰੂ, ਉਹ ਆਪ ਹੀ ਨਿਰੰਕਾਰ ਸੀ। ਸੋ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ 1534 ਈਸਵੀ ਵਿੱਚ ਸੱਚੇ ਪਾਤਸ਼ਾਹ ਜੀ ਨੇ ਪ੍ਰਕਾਸ਼ ਧਾਰਿਆ। ਸੋ ਬਚਪਨ ਦੇ ਵਿੱਚ ਹੀ ਗੁਰੂ ਰਾਮਦਾਸ ਜੀ ਦੇ ਮਾਤਾ ਜੀ ਅਕਾਲ ਚਲਾਨਾ ਕਰ ਗਏ ਸਨ ਤੇ ਪਿਤਾ 7 ਸਾਲ ਦੀ ਉਮਰ ਸੀ ਗੁਰੂ ਰਾਮਦਾਸ ਜੀ ਦੀ ਜਦੋਂ ਪਿਤਾ ਜੀ ਵੀ ਇਸ ਸੰਸਾਰ ਤੋਂ ਜਾ ਚੁੱਕੇ ਸਨ ਤੇ ਨਾਨੀ ਜੀ ਨੇ ਉਹਨਾਂ ਨੂੰ ਪਾਲਿਆ, ਅਨਾਥ ਹੋ ਗਏ ਸੀ। ਸੋ ਚੂਨਾ ਮੰਡੀ ਲਾਹੌਰ ਵਿਖੇ ਆਪ ਜੀ ਦਾ ਜਨਮ ਹੋਇਆ, ਆਪ ਜੀ ਨੇ ਪ੍ਰਕਾਸ਼ ਧਾਰਿਆ। ਸੋ ਉਸ ਗੁਰੂ ਦੀ ਅਸੀਂ ਸੋਭਾ ਕਰੀਏ, ਸਾਡੇ ਕੋਲੋਂ ਲਫ਼ਜ਼ ਨਹੀਂ ਹਨ। ਚੂਨਾ ਮੰਡੀ ਲਾਹੌਰ ਵਿਖੇ ਸੋ ਨਾਨੀ ਜੀ ਨੇ ਪਾਲਿਆ ਆਪ ਜੀ ਨੂੰ। ਉਸ ਤੋਂ ਬਾਅਦ ਨਾਨੀ ਜੀ ਨੇ ਆਪ ਜੀ ਨੂੰ ਗੁਰੂ ਅਮਰਦਾਸ ਜੀ ਪਾਸ ਬਾਸਰ ਕੇ ਪਿੰਡ ਵਿਖੇ ਲੈ ਆਏ। ਸੋ ਗੁਰੂ ਸਾਹਿਬ ਦਾ ਹਮੇਸ਼ਾ ਤੋਂ ਇਹੋ ਸੀ ਧਿਆਨ ਕਿ ਜੋ ਵੀ ਪ੍ਰਮਾਤਮਾ ਕਰਦਾ ਏ ਸਹੀ ਕਰਦਾ ਏ, ਜੋ ਵੀ ਪ੍ਰਮਾਤਮਾ ਦੇ ਹੁਕਮ 'ਚ ਹੁੰਦਾ ਏ ਸਹੀ ਹੁੰਦਾ ਏ। ਸੋ ਨਾਨੀ ਜੀ ਤੋਂ ਪਾਲ ਨਹੀਂ ਹੋਇਆ, ਸੋ ਨਾਨੀ ਜੀ ਨੇ ਸੇਵਾ ਵਿੱਚ ਲਾ ਦਿੱਤਾ, ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਛੱਡ ਦਿੱਤਾ। ਸੋ ਗੁਰੂ ਸਾਹਿਬ ਨੇ ਵੀ ਤਨ ਮਨੋ ਹੋ ਕੇ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਸੇਵਾ ਕੀਤੀ, ਬਿਨਾਂ ਕਿਸੇ ਡਰ ਤੋਂ, ਬਿਨਾਂ ਕਿਸੇ ਲਾਲਚ ਤੋਂ, ਨਿਰਭੈ ਹੋ ਕੇ, ਆਨੰਦ ਵਿੱਚ ਟੇਕ ਕੇ, ਗੁਰੂ ਦਾ ਭਾਣਾ ਮੰਨ ਕੇ ਗੁਰੂ ਰਾਮਦਾਸ ਜੀ ਨੇ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਆਪਣੀ ਸੇਵਾ ਤਨ ਮਨ ਨਾਲ ਸੇਵਾ ਕੀਤੀ। ਸੋ ਬਾਸਰਕੇ ਤੋਂ ਫਿਰ ਗੁਰੂ ਰਾਮਦਾਸ ਜੀ ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਜੀ ਪਾਸ ਚਲੇ ਗਏ। ਸੋ ਇਸੇ ਤਰ੍ਹਾਂ ਗੁਰੂ ਅਮਰਦਾਸ ਜੀ ਨੇ ਉਹਨਾਂ ਦੀ ਸੇਵਾ ਨੂੰ ਦੇਖਦੇ ਹੋਏ, ਉਹਨਾਂ ਦੀ ਪਿਆਰ ਭਾਵਨਾ ਨੂੰ, ਅਕਾਲ ਪੁਰਖ ਵਾਹਿਗੁਰੂ ਪ੍ਰਤੀ ਉਹਨਾਂ ਦਾ ਅਟੱਲ ਭਰੋਸਾ ਸੀ ਕਿ ਜੋ ਵੀ ਪਰਮਾਤਮਾ ਕਰਦਾ ਹੈ ਸਹੀ ਕਰਦਾ ਹੈ। ਸੋ ਗੁਰੂ ਨੇ ਇੰਨੀ ਕਿਰਪਾ ਕੀਤੀ, ਇੰਨੀ ਰਹਿਮਤ ਕੀਤੀ ਕਿ ਦਿਨਾਂ ਦੇ ਵਿੱਚ ਹੀ ਗੁਰੂ ਸਾਹਿਬ ਸੇਵਾ ਦੇ ਵਿੱਚ ਜੁਟ ਗਏ ਗੁਰੂ ਅਮਰਦਾਸ ਜੀ ਦੇ। ਸੋ ਗੁਰੂ ਅਮਰਦਾਸ ਜੀ ਦੇ ਸੇਵਾ ਕਰਦਿਆਂ, ਉਹਨਾਂ ਦੇ ਚਰਨਾਂ ਵਿੱਚ ਸੇਵਾ ਕਰਦਿਆਂ ਬਾਸਰ ਆਪਣਾ ਚੂਨਾ ਮੰਡੀ ਲਾਹੌਰ ਤੋਂ ਗੁਰੂ ਰਾਮਦਾਸ ਜੀ ਦੇ ਪਰਿਵਾਰ ਵਿੱਚੋਂ ਉਹਨਾਂ ਨੂੰ ਮਿਲਣ ਆਏ ਕਿ ਸਾਡਾ ਇੱਥੇ ਜੇਠਾ ਪੁੱਤਰ ਰਹਿੰਦਾ, ਕਿਉਂਕਿ ਛੋਟੇ ਹੋਣ ਕਰਕੇ ਗੁਰੂ ਰਾਮਦਾਸ ਜੀ ਨੂੰ ਜੇਠਾ ਪੁੱਤਰ ਕਿਹਾ ਜਾਂਦਾ ਸੀ। ਸੋ ਗੁਰੂ ਰਾਮਦਾਸ ਜੀ ਨੇ ਉਹਨਾਂ ਦੇ ਪਰਿਵਾਰ ਨਜ਼ਦੀਕੀ ਮਿਲਣ ਆਏ ਤਾਂ ਕੀ ਦੇਖਿਆ ਕਿ ਗੁਰੂ ਰਾਮਦਾਸ ਜੀ ਉੱਪਰੋਂ ਲੈ ਕੇ ਪੈਰਾਂ ਤੱਕ ਮਿੱਟੀ ਦੇ ਵਿੱਚ ਲਿਬੜੇ ਹੋਏ ਸਨ, ਸੇਵਾ ਦੇ ਵਿੱਚ ਰੁੱਝੇ ਹੋਏ ਸਨ। ਸੋ ਉਹਨਾਂ ਤੋਂ ਪਹਿਚਾਨਿਆ ਨਾ ਗਿਆ। ਜਦੋਂ ਉਹਨਾਂ ਨੇ ਦੇਖਿਆ, ਇਹੋ ਜਿਹੇ ਲਫ਼ਜ਼ ਬੋਲੇ ਕਿ ਤੂੰ ਸਾਡੀ ਕੁੱਲ ਦਾ ਵੀ ਨਾਂ ਬਦਨਾਮ ਕੀਤਾ ਏ, ਤੂੰ ਤੇ ਸ਼ੁਰੂ ਤੋਂ ਵੀ ਇੱਦਾਂ ਸੀ, ਹੁਣ ਵੀ ਇੱਦਾਂ ਵਾ। ਤੇ ਗੁਰੂ ਅਮਰਦਾਸ ਜੀ ਨੂੰ ਵੀ ਬੋਲਿਆ ਕਿ ਤੁਸੀਂ ਇਹਨੂੰ ਵੀ ਇੱਥੇ ਸੇਵਾ 'ਚ ਲਾਇਆ, ਇੱਦਾਂ ਤੁਸੀਂ ਕੰਮ ਕਰਾਈ ਜਾਂਦੇ ਇਹਦੇ ਕੋਲੋਂ। ਪਰ ਗੁਰੂ ਰਾਮਦਾਸ ਜੀ ਨੇ ਬਸ ਨਮਸਕਾਰ ਕੀਤੀ, ਨੀਵੇਂ ਹੋ ਕੇ ਰਹੇ, ਨਿਮਰਤਾ ਵਿੱਚ ਰਹੇ। ਤਾਂ ਗੁਰੂ ਅਮਰਦਾਸ ਜੀ ਨੇ ਉਹਨਾਂ ਦਾ ਜਵਾਬ ਦਿੱਤਾ ਕਿ ਜਿਸ ਨੂੰ ਤੁਸੀਂ ਇਹਨਾਂ ਦੇ ਮਿੱਟੀ ਕਹਿੰਦੇ ਹੋ, ਮਿੱਟੀ ਵਿੱਚ ਲਿਬੜੇ ਹੋ, ਇਹ ਸਿਰ ਤੇ ਜੋ ਤੁਸੀਂ ਟੋਕਰੀ ਦੇਖ ਰਹੇ ਹੋ, ਇਹ ਟੋਕਰੀ ਨਹੀਂ ਆ, ਇਹ ਮਿੱਟੀ ਦੀ ਟੋਕਰੀ ਨਹੀਂ ਹੈ, ਗੁਰੂ ਨਾਨਕ ਦਾ ਛਤਰ ਝੁੱਲ ਰਿਹਾ ਵਾ। ਉਹੀ ਬਚਨ ਅੱਜ ਜਦੋਂ ਦੇਖਦੇ ਹਾਂ ਗੁਰੂ ਰਾਮਦਾਸ ਜੀ ਪ੍ਰਤੀ ਕਿ ਬੇਅੰਤ ਦੁਨੀਆ ਦਾ ਪ੍ਰਧਾਨ ਮੰਤਰੀ ਹੋਵੇ, ਕਿਸੇ ਦੇਸ਼ ਦਾ ਪ੍ਰਾਈਮ ਮਿਨਿਸਟਰ ਹੋਵੇ, ਰਾਜਾ ਹੋਵੇ, ਬਹੁਤ ਧਨਾੜ ਅਮੀਰ ਆਦਮੀ ਹੋਵੇ, ਉਹ ਵੀ ਇਸ ਦਰ ਤੋਂ ਆ ਕੇ ਮੰਗਤਾ ਬਣ ਕੇ ਮੰਗਦਾ ਵਾ। ਸੋ ਐਸੇ
ਦੀਨ ਦਿਆਲ ਗੁਰੂ ਰਾਮਦਾਸ ਜੀ ਦੀ ਜੇ ਆਪਾਂ ਸੋਭਾ ਕਰੀਏ, ਉਹਨਾਂ ਦੀ ਉਸਤਤ ਕਰੀਏ, ਸਾਡੇ ਕੋਲੋਂ ਲਫ਼ਜ਼ ਨਹੀਂ ਹਨ। ਗੁਰੂ ਅਮਰਦਾਸ ਜੀ ਨੇ ਉਹਨਾਂ ਦੀ ਸੇਵਾ ਭਾਵਨਾ ਨੂੰ ਦੇਖਦੇ ਹੋਏ ਆਪਣੀ ਸਪੁੱਤਰੀ ਦਾ ਆਨੰਦ ਕਾਰਜ ਵੀ ਗੁਰੂ ਰਾਮਦਾਸ ਜੀ ਨਾਲ ਕੀਤਾ, ਬੀਬੀ ਭਾਨੀ ਜੀ ਦਾ। ਸੋ ਐਸੀ ਰਹਿਮਤ ਗੁਰੂ ਅਮਰਦਾਸ ਜੀ ਨੇ ਬਖਸ਼ਿਸ਼ ਕੀਤੀ ਸਿੱਖਾਂ ਨੂੰ ਕਿ ਗੁਰਸਿੱਖਾਂ ਲਈ ਤੇ ਸਭ ਤੋਂ ਉੱਤਮ ਸੇਵਾ ਵਾ, ਸਭ ਤੋਂ ਉੱਤਮ ਗੁਰਸਿੱਖੀ ਆ। ਭਾਵੇਂ ਦੁਨੀਆ ਦਾ ਸਾਥ ਜਗਤ ਮੈਂ ਝੂਠੀ ਦੇਖੀ ਪ੍ਰੀਤ, ਸੋ ਦੁਨੀਆ ਦੀ ਪ੍ਰੀਤ ਵੀ ਝੂਠੀ ਹੀ ਮੰਨੀ ਜਾਂਦੀ ਆ, ਪਰ ਜਦੋਂ ਗੁਰੂ ਦਾ ਓਟ ਆਸਰਾ ਲਈਏ ਇੱਥੇ ਉੱਥੇ ਰਖਵਾਲਾ ਪ੍ਰਭ ਸਤਿਗੁਰੂ ਦੀਨ ਦਿਆਲਾ। ਸੋ ਐਸੇ ਦੀਨ ਦਿਆਲ ਗੁਰੂ ਦਾ ਅੱਜ ਪ੍ਰਕਾਸ਼ ਗੁਰਪੁਰਬ ਬੇਅੰਤ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮਨਾ ਰਹੀਆਂ ਹਨ। ਸੋ ਇਹ ਸਾਰੀ ਕਿਰਪਾ ਗੁਰੂ ਰਾਮਦਾਸ ਜੀ ਦੀ, ਗੁਰੂ ਅਮਰਦਾਸ ਜੀ ਦੀ, ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਹੀ ਵਰਤਦੀ ਆ ਕਿ ਗੁਰੂ ਰਾਮਦਾਸ ਜੀ ਤੇ ਇੰਨੀ ਕਿਰਪਾ, ਕਿਉਂਕਿ ਉਹਨਾਂ ਨੇ ਕਦੀ ਵੀ ਡੋਲੇ ਨਹੀਂ ਕਿ ਮੈਂ ਅਨਾਥ ਹੋ ਗਿਆ ਵਾਂ। ਸੋ ਅੱਜ ਕਈ ਵਾਰ ਮੈਂ ਪਿਤਾ ਜੀ ਬਾਰੇ ਸੋਚਦਾ ਵਾਂ ਕਿ ਸਿੰਘ ਸਾਹਿਬ ਗਿਆਨੀ ਸੁਖਜਿੰਦਰ ਸਿੰਘ, ਕਿ ਚਲੋ ਮੇਰੀ ਉਮਰ ਛੋਟੀ ਆ, ਚੱਲ ਗਏ, ਬਹੁਤ ਜਲਦੀ ਚੱਲ ਗਏ, ਬਹੁਤ ਔਖਾ ਵਾ। ਪਰ ਜਦੋਂ ਅਸੀਂ ਗੁਰੂਆਂ ਬਾਰੇ ਸੋਚਦੇ ਹਾਂ, ਗੁਰੂ ਰਾਮਦਾਸ ਜੀ ਬਾਰੇ ਸੋਚਦੇ ਹਾਂ ਕਿ ਉਸੇ ਦਰ ਤੇ ਮੈਂ ਰਹਿੰਦਾ ਵਾਂ, ਉਸੇ ਦਰ ਤੇ ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਵਿੱਚ ਪਿਤਾ ਜੀ ਨੇ ਸੇਵਾ ਕੀਤੀ ਆ। ਸੋ ਫਿਰ ਥੋੜ੍ਹਾ ਹੌਸਲਾ ਵੀ ਮਿਲਦਾ ਵਾ, ਗੁਰੂ ਆਪ ਹੀ ਸੰਭਾਲਦਾ ਵਾ, ਕਿਉਂਕਿ ਗੁਰੂ ਤੋਂ ਵੱਡਾ ਇਸ ਦੁਨੀਆ ਦੇ ਵਿੱਚ ਕੁਛ ਨਹੀਂ, ਗੁਰੂ ਦਾ ਆਸਰਾ ਹੀ ਸਭ ਤੋਂ ਉੱਚਾ ਵਾ। ਸੋ ਐਸਾ ਇਹ ਅਸਥਾਨ ਆ ਕਿ ਜਦੋਂ ਪੱਟੀ ਦੇ ਰਾਜੇ ਦੁਨੀ ਚੰਦ ਦੀਆਂ 5 ਬੇਟੀਆਂ ਸੀ, ਉਸ ਨੂੰ ਬਹੁਤ ਹੰਕਾਰ ਸੀ ਕਿ ਮੇਰੇ ਤੋਂ ਬਹੁਤ ਪੈਸਾ ਵਾ, ਮੈਂ ਬਹੁਤ ਧਨਾੜ ਆ, ਬਹੁਤ ਅਮੀਰ ਆ। ਸਾਰੀਆਂ ਪੁੱਤਰੀਆਂ ਨੂੰ ਉਹਨੇ ਪੁੱਛਿਆ ਕਿ ਤੁਹਾਨੂੰ ਕੌਣ ਪਾਲਦਾ ਵਾ, ਤੁਹਾਡੀ ਕੌਣ ਪਰਵਿਸ਼ ਕਰਦਾ? ਸਭ ਨੇ ਉੱਤਰ ਦਿੱਤਾ ਇੱਕ ਇੱਕ ਕਰਕੇ, ਪਿਤਾ ਜੀ ਤੁਸੀਂ ਹੀ ਪਾਲਦੇ ਹੋ। ਪਰ ਪੰਜਵੀਂ ਬੇਟੀ ਬੀਬੀ ਰਜਨੀ ਜੀ ਨੇ ਜਵਾਬ ਦਿੱਤਾ ਮੈਨੂੰ ਪਰਮਾਤਮਾ ਪਾਲਦਾ ਵਾ। ਤਾਂ ਉਸ ਰਾਜੇ ਦੇ ਮਨ ਦੇ ਵਿੱਚ ਹੰਕਾਰ ਆ ਗਿਆ ਕਿ ਮੇਰੀ ਪੁੱਤਰੀ ਹੋਵੇ ਤੇ ਇਹ ਕਵੇ ਕਿ ਪਰਮਾਤਮਾ ਸਾਰਾ ਕੁਝ ਤੇ ਮੈਂ ਕਰ ਰਿਹਾ ਵਾਂ। ਸੋ ਉਸਨੇ ਆਪਣਾ ਹੰਕਾਰ ਵਿੱਚ ਡੁੱਬ ਕੇ ਬਦਲਾ ਲੈਣਾ ਚਾਹਿਆ ਤੇ ਬੀਬੀ ਰਜਨੀ ਜੀ ਦਾ ਆਨੰਦ ਕਾਰਜ ਜਿਹੜਾ ਇੱਕ ਪਿੰਗਲੇ ਨਾਲ ਕਰ ਦਿੱਤਾ। ਸੋ ਬੀਬੀ ਰਜਨੀ ਜੀ ਨੇ ਵੀ ਵੇਖੋ, ਭਾਣਾ ਜਦੋਂ ਗੁਰੂ ਦਾ ਮੰਨਣਾ ਹੋਵੇ ਬਹੁਤ ਔਖਾ ਹੁੰਦਾ ਮੰਨਣਾ, ਕਹਿਣਾ ਵੀ ਬਹੁਤ ਸੌਖਾ ਹੁੰਦਾ ਕਿ ਗੁਰੂ ਦੇ ਭਾਣੇ ਵਿੱਚ ਰਹਿਣਾ ਚਾਹੀਦਾ, ਮੰਨਣਾ ਬਹੁਤ ਔਖਾ ਹੁੰਦਾ, ਪਰ ਗੁਰੂ ਹੀ ਮਨਾਉਂਦਾ ਵਾ, ਗੁਰੂ ਰਹਿਮਤ ਕਰਦਾ ਵਾ। ਬੀਬੀ ਰਜਨੀ ਜੀ ਨੇ ਉਹ ਭਾਣਾ ਮੰਨਿਆ, ਇਹੋ ਸਮਝਿਆ ਕਿ ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਵਿੱਚ ਕਿਸੇ ਚੀਜ਼ ਦੀ ਘਾਟ ਨਹੀਂ। ਉਸਨੇ ਸੱਤ ਕਰਕੇ ਕਿਹਾ ਪਿਤਾ ਜੀ ਜਿੱਥੇ ਵੀ ਤੁਸੀਂ ਮੇਰਾ ਆਨੰਦ ਕਾਰਜ ਮਿਥਿਆ ਵਾ, ਆਨੰਦ ਕਾਰਜ ਕੀਤਾ, ਮੈਂ ਸੱਤ ਕਰਕੇ ਪਤੀ ਪਰਮੇਸ਼ਰ ਜਾਣ ਕੇ ਉਸ ਦੀ ਸੇਵਾ ਕਰੂੰਗੀ। ਸੋ ਇਸੇ ਤਰ੍ਹਾਂ ਉਹਨਾਂ ਨੇ ਜੀਵਨ ਸ਼ੁਰੂ ਕੀਤਾ ਤੇ ਇਸ ਅਸਥਾਨ ਤੇ ਦੁੱਖ ਭੰਜਣੀ ਬੇਰੀ ਸਾਹਿਬ ਥੱਲੇ ਇੱਕ ਦਿਨ ਅਚਾਨਕ ਉਹਨਾਂ ਟੋਕਰੀ ਵਿੱਚ ਆਪਣੇ ਪਤੀ ਨੂੰ ਬਿਠਾ ਕੇ ਕੰਮਕਾਰ ਕਰਨ ਦੇ ਨਾਲ ਬਾਹਰ ਚੱਲ ਗਏ ਬੀਬੀ ਰਜਨੀ ਜੀ। ਤੇ ਪਿੱਛੋਂ ਉਹਨਾਂ ਦੇ ਪਤੀ ਨੇ ਕੀ ਦੇਖਿਆ ਕਿ ਜਿਹੜੇ ਕਾਲੇ ਕਊਏ ਸੀ, ਕਾਲੇ ਕਾਂ ਸੀ, ਉਹ ਸਰੋਵਰ ਦੇ ਵਿੱਚ ਟੁੱਬੀਆਂ ਮਾਰ ਕੇ ਹੰਸ ਬਣ ਕੇ ਨਿਕਲ ਰਹੇ ਸਨ। ਤਾਂ ਉਹਨਾਂ ਦੇਖਿਆ ਕਿ ਇਸ ਸਰੋਵਰ ਦੇ ਵਿੱਚ ਕੋਈ ਕਰਾਮਾਤ ਹੈ, ਇਸ ਸਰੋਵਰ ਦੇ ਵਿੱਚ ਬਹੁਤ ਰਹਿਮਤ ਆ, ਬਹੁਤ ਕਿਰਪਾ ਵਾ, ਬਹੁਤ ਸ਼ਕਤੀ ਆ। ਉਹਨਾਂ ਔਖੇ ਸੌਖੇ ਹੋ ਕੇ ਇਸ ਸਰੋਵਰ ਵਿੱਚ ਇਸ਼ਨਾਨ ਕਰ ਲਿਆ ਤਾਂ ਉਹ ਪੂਰਾ 9/9 ਹੋ ਗਏ, ਪੂਰੇ ਠੀਕ ਹੋ ਗਏ। ਤੇ ਜਦੋਂ ਬੀਬੀ ਰਜਨੀ ਜੀ ਵਾਪਸ ਆ ਗਏ ਤਾਂ ਉਹਨਾਂ ਨੇ ਕਿਹਾ ਮੇਰਾ ਪਤੀ ਇੱਥੇ ਬੈਠਾ ਸੀ। ਤਾਂ ਉਹਨਾਂ ਦੇ ਪਤੀ ਨੇ ਕਿਹਾ ਮੈਂ ਹੀ ਤੇਰਾ ਪਤੀ ਹਾਂ। ਤਾਂ ਉਹਨਾਂ ਨੇ ਵਿਸ਼ਵਾਸ ਨਾ ਕੀਤਾ, ਕਹਿੰਦੇ ਨਹੀਂ ਮੇਰਾ ਪਤੀ ਤੇ ਪਿੰਗਲਾ ਵਾ। ਤਾਂ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਗਏ ਤੇ ਉਹਨਾਂ ਦੇ ਅੱਗੇ ਅਰਦਾਸ ਬੇਨਤੀ ਕੀਤੀ ਕਿ ਆਪ ਜੀ ਇਸ ਸ਼ੰਕਾ ਦਾ ਨਿਵਰਤ ਕਰੋ। ਤਾਂ ਗੁਰੂ ਰਾਮਦਾਸ ਜੀ ਨੇ ਸਮਝਾਇਆ ਬੀਬੀ ਰਜਨੀ ਜੀ ਨੂੰ ਕਿ ਗੁਰੂ ਨਾਨਕ ਦਾ ਦਰ ਘਰ ਹੈ, ਇੱਥੇ ਬਹੁਤ ਰਹਿਮਤਾਂ, ਬਹੁਤ ਬਖਸ਼ਿਸ਼ਾਂ ਵਰਤਦੀਆਂ ਵਾ। ਤਾਂ ਉਹਨਾਂ ਦੀ ਬਖਸ਼ਿਸ਼ ਸਦਕਾ ਉਹਨਾਂ ਦੱਸਿਆ ਇਹੀ ਹੀ ਤੇਰਾ ਪਤੀ ਆ। ਸੋ ਐਸੀ ਰਹਿਮਤ ਇਸ ਗੁਰੂ ਰਾਮਦਾਸ ਦੇ ਦਰ ਤੇ ਅੱਜ ਜੇ ਉਹਨਾਂ ਦਾ ਪ੍ਰਕਾਸ਼ ਦਿਹਾੜਾ ਸੰਗਤਾਂ ਮਨਾ ਰਹੀਆਂ ਹਨ, ਮਨ ਦੇ ਵਿੱਚ ਭਾਵਨਾ, ਪਿਆਰ, ਉਤਸ਼ਾਹ, ਬਹੁਤ ਬਖਸ਼ਿਸ਼ਾਂ, ਬਹੁਤ ਅਰਦਾਸਾਂ ਲੈ ਕੇ ਕਰ ਰਹੀਆਂ ਹਨ। ਸੋ ਮੈਨੂੰ ਅੱਜ ਵੀ ਯਾਦ ਆਉਂਦਾ ਪਿਤਾ ਜੀ ਬਾਰੇ, ਸਿੰਘ ਸਾਹਿਬ ਗਿਆਨੀ ਸੁਖਜਿੰਦਰ ਸਿੰਘ ਜੀ ਬਾਰੇ, ਕਿ ਕੋਈ ਐਸਾ ਦਿਨ ਨਹੀਂ ਸੀ ਜਦੋਂ ਉਹਨਾਂ ਨੇ ਇਸ਼ਨਾਨ ਕਰਨ ਤੋਂ ਮਿਸ ਕੀਤਾ ਹੋਵੇ। ਸੋ ਅੱਜ ਵੀ ਉਹਨਾਂ ਦੀ ਬਖਸ਼ਿਸ਼ ਯਾਦ ਆਉਂਦੀ ਹੈ ਕਿ ਗੁਰੂ ਰਾਮਦਾਸ ਜੀ ਦੀ ਕਿੰਨੀ ਬਖਸ਼ਿਸ਼ ਆ ਕਿ ਸਰੋਵਰ ਦੇ ਵਿੱਚ ਇਸ਼ਨਾਨ ਕੀਤਿਆਂ, ਦੁੱਖ ਭੰਜਨੀ ਬੇਰੀ ਸਾਹਿਬ ਇਸ਼ਨਾਨ ਕੀਤਿਆਂ, ਨਿਤਨੇਮ ਕੀਤਿਆਂ ਪਿਤਾ ਜੀ ਨੂੰ ਅਜਿਹਾ ਬਲ ਬਖਸ਼ਿਆ ਗੁਰੂ ਰਾਮਦਾਸ ਜੀ ਨੇ ਕਿ ਸਾਹਮਣੇ ਬਲੱਡ ਕੈਂਸਰ ਹੁੰਦਿਆਂ, ਮੌਤ ਦਿਸਦਿਆਂ ਵੀ ਉਹਨਾਂ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਉਣ ਦਾ ਪ੍ਰਣ ਕੀਤਾ ਕਿ ਨਹੀਂ, ਮੈਂ ਜਿਸ ਦਰ ਦੀ ਸੇਵਾ ਕਰਦਾ ਉਸ ਦਰ ਤੇ ਬਾਬਾ ਬੁੱਢਾ ਸਾਹਿਬ ਦੀ ਗੱਦੀ ਆ, ਭਾਈ ਮਨੀ ਸਿੰਘ ਨੇ ਬੰਦ ਕਟਵਾ ਦਿੱਤੇ ਸੀ।
ਸੋ ਅੱਜ ਜਦੋਂ ਇਤਿਹਾਸ ਦੇਖੀਦਾ ਕਿ ਸੇਵਾ ਕਰਦਿਆਂ ਜੇ ਕੋਈ ਸਿੰਘ ਸਾਹਿਬ ਇਸ ਦਰ ਤੋਂ ਗਏ ਆ, ਬਾਬਾ ਬੁੱਢਾ ਸਾਹਿਬ ਸੇਵਾ ਕਰਦਿਆਂ ਹੀ ਸੱਚਖੰਡ ਨੂੰ ਗਏ ਸਨ, ਤੇ ਬਾਅਦ ਵਿੱਚ ਭਾਈ ਮਨੀ ਸਿੰਘ ਉਹ ਵੀ ਸੇਵਾ ਕਰਦਿਆਂ ਹੀ ਸ਼ਹੀਦ ਹੋਏ ਸਨ। ਬਾਅਦ ਵਿੱਚ ਗਿਆਨੀ ਪ੍ਰੀਤਮ ਸਿੰਘ ਜੀ ਉਹ ਵੀ ਇਸੇ ਤਰ੍ਹਾਂ ਸੇਵਾ ਕਰਦੇ ਗਏ ਸਨ। ਬਾਅਦ ਵਿੱਚ ਪਿਤਾ ਜੀ ਦਾ ਹੁਣ ਸੇਵਾ ਕਰਦਿਆਂ ਹੀ ਇਸ ਦਰ ਤੋਂ ਸੱਚਖੰਡ ਨੂੰ ਗਏ ਸਨ। ਇਹ ਸ਼ਕਤੀ ਮੈਂ ਸਮਝਦਾ ਵਾਂ ਕਿ ਇਹ ਸ਼ਕਤੀ ਉਸ ਸਰੋਵਰ ਦੀ ਸੀ। ਉਸ ਸਰੋਵਰ ਦੇ ਵਿੱਚ ਇਸ਼ਨਾਨ ਕੀਤਿਆਂ, ਬਾਣੀ ਪੜ੍ਹਿਆ, ਉਸ ਨੇ ਬਲ ਬਖਸ਼ਿਆ ਗੁਰੂ ਰਾਮਦਾਸ ਜੀ ਨੇ ਕਿ ਏਡੀ ਵੱਡੀ ਬਿਮਾਰੀ ਸੁਣਦਿਆਂ ਇਤਨਾ ਕੁਝ ਹੁੰਦਿਆਂ ਵੀ ਉਹਨਾਂ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਇਆ। ਸੋ ਅਜਿਹਾ ਇਸ ਗੁਰੂ ਰਾਮਦਾਸ ਜੀ ਦੇ ਅੱਜ ਸੰਗਤਾਂ ਬੇਅੰਤ ਸੰਗਤਾਂ ਇੱਥੇ ਪਹੁੰਚ ਰਹੀਆਂ ਹਨ। ਇਸੇ ਕਰਕੇ ਪਹੁੰਚ ਰਹੀਆਂ ਹਨ ਕਿਉਂਕਿ ਇਸ ਦਰ ਦੀ ਬਹੁਤ ਰਹਿਮਤ ਆ, ਬਹੁਤ ਬਖਸ਼ਿਸ਼ ਆ ਇੱਥੇ। ਸੋ ਅੱਜ ਪ੍ਰਕਾਸ਼ ਦਿਹਾੜਾ ਬੇਅੰਤ ਸੰਗਤਾਂ ਇੱਥੇ ਮਨਾ ਰਹੀਆਂ ਹਨ। ਸੋ ਬੇਅੰਤ ਵਧਾਈਆਂ ਹੋਣ। ਸਭ ਅਰਦਾਸ ਕਰਨੀ ਗੁਰੂ ਰਾਮਦਾਸ ਸਾਹਿਬ ਗੁਰਸਿੱਖੀ ਜੀਵਨ ਨਾਮ ਬਾਣੀ ਸੇਵਾ ਸਿਮਰਨ ਦੇ ਨਾਲ ਜੋੜੀ ਰੱਖਣ। ਸੋ ਇੰਨਾ ਕੁ ਹੀ ਕਹਿੰਦੇ ਹੋਏ ਫਤਿਹ ਪ੍ਰਵਾਨ ਕਰਨੀ, ਭੁੱਲਾਂ ਚੁੱਕਾਂ ਦੀ ਖਿਮਾ। ਸੋ ਅਰਦਾਸ ਕਰਨੀ ਕਿ ਗੁਰੂ ਸਾਹਿਬ ਸਾਨੂੰ ਸਭ ਨੂੰ ਰਹਿਮਤ ਬਖਸ਼ਣ, ਰਹਿਮਤ ਮਿਹਰ ਭਰਿਆ ਹੱਥ ਰੱਖਣ, ਬਲ ਬਖਸ਼ਣ ਕਿ ਜ਼ਿੰਦਗੀ ਦੇ ਵਿੱਚ ਜੇ ਉਹ ਵੀ ਅਨਾਥ ਹੋ ਗਏ ਸੀ, ਅੱਜ ਮੈਨੂੰ ਵੀ ਆਪਣਾ ਬੱਚਾ ਜਾਣ ਕੇ ਸੰਗਤ ਅੱਗੇ ਵੀ ਅਰਦਾਸ ਬੇਨਤੀ ਕਰਦਾ ਕਿ ਅਰਦਾਸ ਕਰਿਓ ਕਿ ਗੁਰੂ ਸਾਹਿਬ ਬਲ ਬਖਸ਼ਣ, ਜ਼ਿੰਦਗੀ ਦੇ ਵਿੱਚ ਚੜ੍ਹਦੀ ਕਲਾ ਬਖਸ਼ਣ, ਗੁਰਸਿੱਖੀ ਜੀਵਨ ਨਾਮ ਬਾਣੀ ਸੇਵਾ ਸਿਮਰਨ ਬਖਸ਼ਣ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਿੰਘ ਸਾਹਿਬ ਗਿਆਨੀ ਸੁਖਜਿੰਦਰ ਸਿੰਘ ਜੀ ਦੇ ਸੁਪੁੱਤਰ ਭਾਈ ਪਰਮ ਸਿੰਘ ਹੋਰਾਂ ਦੇ ਨਾਲ ਅਸੀਂ ਗੱਲਬਾਤ ਕੀਤੀ। ਸੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਦੇ ਉੱਤੇ ਆਤਿਸ਼ਬਾਜ਼ੀ ਜਿਹੜੀ ਆ ਉਹ ਹੋ ਰਹੀ ਆ ਅਜੇ ਵੀ। ਸੋ ਇਸੇ ਦੌਰਾਨ ਅਸੀਂ ਗੱਲਬਾਤ ਜਿਹੜੀ ਕੀਤੀ, ਸੋ ਉਹਨਾਂ ਨੇ ਜਿੱਥੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਜੀਵਨ ਦੇ ਸੰਬੰਧ ਦੇ ਵਿੱਚ ਵੀ ਸੰਗਤਾਂ ਦੇ ਨਾਲ ਸਾਂਝ ਪਾਈ, ਉੱਥੇ ਹੀ ਸਿੰਘ ਸਾਹਿਬ ਗਿਆਨੀ ਸੁਖਜਿੰਦਰ ਸਿੰਘ ਜੀ ਜਿਹੜੇ ਕਿ ਬਹੁਤ ਹੀ ਪਿਆਰ ਵਾਲੀ ਰੂਹ ਸਨ, ਜਦੋਂ ਵੀ ਆਉਣਾ ਉਹਨਾਂ ਨਾਲ ਗੱਲਬਾਤ ਕਰਨੀ ਕਿ ਸਿੰਘ ਸਾਹਿਬ ਜੀ ਇਹ ਅਸੀਂ ਅੱਜ ਆਹ ਪ੍ਰੋਗਰਾਮ ਕਰਨਾ ਆ, ਜਾਂ ਕੋਈ ਵੀ ਦਿਹਾੜਾ ਹੋਣਾ ਤਾਂ ਉਹਨਾਂ ਨੇ ਕਦੇ ਵੀ ਜਿਹੜਾ ਆ ਉਹ ਮਨਾ ਨਹੀਂ ਸੀ ਕਰਦੇ, ਕਦੇ ਵੀ ਨਾ ਨਹੀਂ ਸੀ ਕਰਦੇ। ਸੋ ਇਸ ਵੇਲੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੁੱਚੇ ਵਿਸ਼ਵ ਭਰ ਦੀਆਂ ਸੰਗਤਾਂ ਨੂੰ ਬਹੁਤ ਵਧਾਈਆਂ, ਲੱਖ ਵਧਾਈਆਂ। ਸੋ ਸਾਰੀਆਂ ਹੀ ਸੰਗਤਾਂ ਨੂੰ ਅਸੀਂ ਸਵੇਰ ਤੋਂ ਹੀ ਅੱਜ ਦਰਸ਼ਨ ਦਿਦਾਰੇ ਕਰਵਾ ਰਹੇ ਹਾਂ। ਜਿੱਥੇ ਇਤਿਹਾਸ ਤੋਂ ਜਾਣੂ ਕਰਵਾਇਆ ਪ੍ਰੋਗਰਾਮ ਇਤਿਹਾਸ ਦੇ ਪੰਨਿਆਂ ਦੇ ਵਿੱਚ, ਉੱਥੇ ਹੀ ਸਿੱਖ ਸੰਗਤਾਂ ਨੂੰ ਇੱਥੇ ਫੁੱਲਾਂ ਦੀ ਜਿਹੜੀ ਸਜਾਵਟ ਸੀਗੀ ਉਸ ਦੇ ਜਿਹੜੇ ਆ ਉਹ ਦੱਸਿਆ ਕਿ ਕਿੱਥੇ ਫੁੱਲਾਂ ਦੀ ਸਜਾਵਟ ਹੋਈ ਆ, ਉਹ ਵੀ ਦਰਸ਼ਨ ਕਰਵਾਏ। ਸੋ ਇਸ ਦੇ ਇਲਾਵਾ ਕਰੀਏ ਤਾਂ ਅੱਜ ਜਲੌ ਜਿਹੜੇ ਆ ਉਹ ਸਜਾਏ ਗਏ, ਤਾਂ ਉਹ ਜਲੌ ਜਿਹੜੇ ਆ ਅੱਜ ਸਵੇਰੇ 8:30 ਤੋਂ 12 ਵਜੇ ਤੱਕ ਸਜਾਏ ਗਏ, ਉਹ ਵੀ ਸੰਗਤਾਂ ਨੇ ਦਰਸ਼ਨ ਕੀਤੇ। ਸੋ ਗੁਰੂ ਰਾਮਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਦੇ ਉੱਤੇ ਜਿਹੜੀ ਆਤਿਸ਼ਬਾਜ਼ੀ ਆ ਉਸ ਦਾ ਅਲੌਕਿਕ ਨਜ਼ਾਰਾ ਜਿਹੜਾ ਆ ਇਸ ਵੇਲੇ ਸੋਦਾ ਰਹਿਰਾਸ ਤੋਂ ਬਾਅਦ ਦੇ ਵਿੱਚ ਜਦੋਂ ਹੁਕਮਨਾਮਾ ਹੁੰਦਾ ਆ ਉਸ ਤੋਂ ਬਾਅਦ ਦੇ ਵਿੱਚ ਆਤਿਸ਼ਬਾਜ਼ੀ ਜਿਹੜੀ ਆ ਉਹ ਹੁੰਦੀ ਆ, ਉਹ ਆਪ ਜੀ ਨੇ ਦੇਖੀ। ਨਾਲੇ ਦੀਪਮਾਲਾ ਜਿਹੜੀ ਸੰਗਤ ਅੰਮ੍ਰਿਤਸਰ ਸ਼ਹਿਰ ਤੋਂ ਚੱਲ ਕੇ ਇੱਥੇ ਪਹੁੰਚਦੀ ਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ, ਉਹ ਆਪਣੇ ਘਰਾਂ ਤੋਂ ਦੀਵੇ ਤੇ ਮੋਮਬੱਤੀਆਂ ਲੈ ਕੇ ਪਹੁੰਚਦੀ ਆ, ਤੇ ਇੱਥੇ ਦੀਵੇ ਜਿਹੜੇ ਆ ਉਹ ਦੇਸੀ ਘਿਓ ਦੇ ਜਗਾਏ ਜਾਂਦੇ ਆ, ਮੋਮਬੱਤੀਆਂ ਜਿਹੜੀਆਂ ਆ ਉਹ ਜਗਾ ਕੇ ਸਰੋਵਰ ਦੇ ਕਿਨਾਰੇ ਦੇ ਉੱਤੇ ਬੈਠ ਕੇ ਜਿੱਥੇ ਸੋਦਰ ਰਹਿਰਾਸ ਸਾਹਿਬ ਜੀ ਦਾ ਪਾਠ ਸਰਵਣ ਕੀਤਾ ਜਾਂਦਾ ਆ, ਉਸ ਦੇ ਨਾਲ ਆਪਣੀ ਸ਼ਰਧਾ ਦੇ ਮੁਤਾਬਕ ਉਹਨਾਂ ਵੱਲੋਂ ਇੱਥੇ ਦੀਪਮਾਲਾ ਜਿਹੜੀ ਆ ਉਹ ਵੀ ਕੀਤੀ ਜਾਂਦੀ ਆ। ਗੁਰੂ ਘਰ ਦੀਆਂ ਖੁਸ਼ੀਆਂ ਬੇਅੰਤ ਸੰਗਤਾਂ ਨੇ ਅੱਜ ਸਵੇਰ ਤੋਂ ਲੈ ਕੇ ਪ੍ਰਾਪਤ ਕੀਤੀਆਂ ਤੇ ਹੁਣ ਵੀ ਸੰਗਤਾਂ ਜਿਹੜੀਆਂ ਆ ਉਹ ਪ੍ਰਾਪਤ ਕਰ ਰਹੀਆਂ। ਇਸ ਵੇਲੇ ਵੀ ਵੱਡੀ ਕਤਾਰ ਜਿਹੜੀ ਆ ਉਹ ਲੱਗੀ ਹੋਈ ਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਵਾਲਿਆਂ ਦੀ, ਮੱਥਾ ਟੇਕਣ ਵਾਲਿਆਂ ਦੀ ਅੱਜ ਬਹੁਤ ਦੂਰ ਤੱਕ ਲਾਈਨ ਜਿਹੜੀ ਆ ਉਹ ਚਲੀ ਗਈ ਸੀਗੀ, ਕਿਉਂਕਿ ਬਹੁਤ ਹੀ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਪਹੁੰਚੀਆਂ। ਪਿਛਲੇ ਦਿਨਾਂ ਦੇ ਵਿੱਚ ਕਰੋਨਾ ਵਾਇਰਸ ਦੇ ਕਰਕੇ ਸੰਗਤਾਂ ਜਿਹੜੀਆਂ ਆ ਕੁਝ ਨਹੀਂ ਸੀ ਪਹੁੰਚ ਸਕਦੀਆਂ ਗੁਰੂ ਘਰਾਂ ਦੇ ਵਿੱਚ। ਉਹਨਾਂ ਨੇ ਅਜਿਹੇ ਦਿਹਾੜੇ ਜਦੋਂ ਆਉਂਦੇ ਆ ਉਦੋਂ ਫਿਰ ਸੰਗਤਾਂ ਜਿਹੜੀਆਂ ਆ ਉਹ ਵੱਡੀ ਗਿਣਤੀ 'ਚ ਪਰਿਵਾਰਾਂ ਸਮੇਤ ਹਾਜ਼ਰੀਆਂ ਭਰਦੀਆਂ ਨੇ। ਸੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਅੰਮ੍ਰਿਤਸਰ ਸ਼ਹਿਰ ਦੇ ਬਾਨੀ ਸੋਢੀ ਸੁਲਤਾਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀਆਂ ਇੱਕ ਵਾਰ ਫਿਰ ਸਮੁੱਚੇ ਵਿਸ਼ਵ ਭਰ ਦੀਆਂ ਸਿੱਖ ਸੰਗਤਾਂ ਨੂੰ ਬਹੁਤ ਵਧਾਈਆਂ। ਤੇ ਆਤਿਸ਼ਬਾਜ਼ੀ ਵੀ ਆਪ ਜੀ ਨੇ ਹੁਣ ਦੇਖੀ। ਸੋ ਸੰਗਤਾਂ ਜਿਹੜੀਆਂ ਅਜੇ ਵੀ ਦਰਸ਼ਨ ਕਰਨ ਵਾਸਤੇ ਲਾਈਨਾਂ ਦੇ ਵਿੱਚ ਕਤਾਰਾਂ ਦੇ ਵਿੱਚ ਲੱਗੀਆਂ ਹੋਈਆਂ ਨੇ। ਸੋ ਅੱਜ ਦਾ ਇੱਥੇ ਜੋ ਸਵੇਰ ਤੋਂ ਲੈ ਕੇ ਹੁਣ ਤੱਕ ਦਾ ਪ੍ਰੋਗਰਾਮ ਸੀਗਾ ਉਹ ਸਾਰਾ ਹੀ ਸਿੱਖ ਚੈਨਲ ਦੇ ਰਾਹੀਂ ਆਪ ਸੰਗਤਾਂ ਨੇ ਸਰਵਣ ਕੀਤਾ, ਦੇਖਿਆ। ਦੀਵਾਨ ਹਾਲ ਮੰਜੀ ਸਾਹਿਬ ਵਿਖੇ ਵੀ ਹੁਣ ਜਿਹੜੇ ਪ੍ਰੋਗਰਾਮ ਨੇ ਅੱਜ ਕਵੀ ਦਰਬਾਰ ਹੈ ਉਹ ਵੀ ਸ਼ੁਰੂ ਹੋ ਚੁੱਕਾ ਹੈ। ਸੋ ਉਹ ਵੀ ਆਪ ਜੀ ਸਿੱਖ ਚੈਨਲ ਤੇ ਜਿਹੜਾ ਦੇਖ ਸਕਦੇ ਹੋ। ਸੋ
ਆਓ ਇੱਥੇ ਹੀ ਫਤਿਹ ਦੀ ਸਾਂਝ ਪਾ ਕੇ ਤੁਹਾਡੇ ਤੋਂ ਇਜਾਜ਼ਤ ਲਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।